ਸਭ ਨੂੰ ਜੈਮਸੀ ਜੀ। ਜੈਮਸੀ ਜੀ। ਬ੍ਰਦਰ ਜੀ, ਆਪਾਂ ਅਗਲਾ ਸਵਾਲ ਹੈ ਜੀ ਜੀ ਸਰ। ਆਪਣੇ ਬਾਗਸੜੀ ਦਾ। ਜੀ ਇਹ ਜਿਹੜੀ ਵਾਟ ਇਜ਼ ਕ੍ਰਿਸਮੈਟਿਕ ਮੂਵਮੈਂਟ, ਹਾਂਜੀ। ਅੱਛਾ ਜੀ। ਤੇ ਜਿਹੜੀ ਮਤਲਬ ਕਿ ਕਰਾਮਾਤੀ ਜਿਹੜੀ ਆਪਣੀ ਮੂਵਮੈਂਟ ਹੈਗੀ ਆ, ਹਾਂਜੀ, ਉਹ ਕੀ ਕਹਿੰਦੇ ਹੁੰਦੇ ਆ? ਕਹਿ ਦਿੰਦੇ ਨਾ ਕਿ ਇਹ ਕ੍ਰਿਸਮੈਟਿਕ ਚਰਚ ਹੈਗਾ ਆ, ਇਹ ਬੜਾ ਜੋਸ਼ੀਲਾ ਜਿਹਾ। ਹਾਂਜੀ, ਜੋਸ਼ੀਲਾ ਜਿਹਾ, ਜਾਂ ਉਹਦੇ ਵਿੱਚ ਕ੍ਰਿਸ਼ਮੇ ਚਿੰਨ੍ਹ ਚਮਤਕਾਰ ਕਾਫੀ ਹੁੰਦੇ ਆ। ਵੈਸੇ ਤਾਂ ਉਹ ਮਤਲਬ ਕਿ ਐਕਸਪਲੇਨ ਹੀ ਹੋ ਜਾਂਦਾ ਹੈ ਨਾ, ਜਿਹਦੇ ਵਿੱਚ ਚਿੰਨ੍ਹ ਚਮਤਕਾਰ ਹੁੰਦੇ ਉਹ ਹੁੰਦਾ ਆ ਕ੍ਰਿਸਮੈਟਿਕ ਮੂਵਮੈਂਟ ਯਾਨੀ ਕਰਿਸ਼ਮਾਤੀ। ਹਾਂਜੀ, ਮੂਵਮੈਂਟ। ਹਾਂ, ਉਰਦੂ 'ਚ ਹਾਂਜੀ ਹਾਂਜੀ ਕਰਿਸ਼ਮਾਤੀ, ਕਰਿਸ਼ਮਾ ਹੁੰਦਾ ਨਾ। ਹਾਂਜੀ ਹਾਂਜੀ ਕਰਿਸ਼ਮਾਤੀ। ਹਾਂਜੀ ਹਾਂਜੀ ਮੂਵਮੈਂਟ ਮਤਲਬ ਇੱਕ ਉਹ ਉਸ ਪਾਸੇ ਨੂੰ ਚੱਲ ਪਏ, ਉਸ ਆਪਣੇ ਬਹੁਤ ਮਤਲਬ ਕ੍ਰਿਸ਼ਮੀ ਕਰਾਮਾਤ। ਅੱਛਾ, ਹਾਂਜੀ, ਠੀਕ ਇਸ ਹੈ। ਤਰ੍ਹਾਂ ਉਹ ਮੂਵਮੈਂਟ ਕੀ ਹੈ? ਮੂਵਮੈਂਟ, ਹਾਂਜੀ। ਦੇਖੋ, ਇਹ ਵਾਕਈ ਇਹ ਅਸੀਂ ਜਦੋਂ 19ਵੀਂ ਸਦੀ ਸ਼ੁਰੂ ਹੋਈ ਨਾ, ਤੇ ਇਹ ਚੀਜ਼ ਕਾਫੀ ਜ਼ੋਰ ਪਕੜ ਗਈ। ਹੈ ਤੇ ਕਲਾਮ ਦੇ ਵਿੱਚੋਂ ਹੀ ਹੈ, ਲੇਕਿਨ ਸਿਰਫ ਉਹ ਇੱਕ ਚੀਜ਼ ਉਤੇ ਉਹਨਾਂ ਨੇ ਬ੍ਰੌਡਰ ਉਹਦਾ ਕਨਸੈਪਟ ਨੂੰ ਇੱਕ ਚੀਜ਼ ਉਤੇ ਉਹਨਾਂ ਨੇ ਫੋਕਸ ਕੀਤਾ ਕਿ ਆਈ ਹੈ। ਇਹ 1906 ਦੇ ਵਿੱਚ ਜਿਹੜਾ ਹੈ ਨਾ, ਮੈਥੋਡਿਸਟ ਚਰਚ ਜਿਹੜਾ ਹੈ, ਪੈਂਟੀਕੋਸਟਲ ਨਹੀਂ, ਮੈਥੋਡਿਸਟ ਚਰਚ, ਜਿਹੜਾ ਕੈਲੀਫੋਰਨੀਆ 'ਚ 1906 'ਚ ਇੱਕ ਐਕਸਪੀਰੀਅੰਸ ਹੋਇਆ, ਜਿਹਦੇ ਵਿੱਚ ਉਹਨਾਂ ਲੋਕਾਂ ਨੇ ਕਿਹਾ ਕਿ ਭਾਈ ਜੀ, ਇਹ ਉਹੀ ਕੰਮ ਜਿਹੜਾ ਕਿ ਚੇਲਿਆਂ ਦੇ ਕਰਤੱਵ ਦੂਸਰੇ ਪਾਰਟ 'ਚ ਹੈ ਜੀ, ਉਹ ਸਾਨੂੰ ਪਾਕ ਰੂਹ ਦਾ ਬਪਤਿਸਮਾ ਹੋਇਆ, ਠੀਕ ਹੈ, ਯਾਨੀ ਬੈਪਟਿਜ਼ਮ ਆਫ ਹੋਲੀ ਸਪਿਰਿਟ। ਸੋ ਉਹ ਫਿਰ ਉਹਨਾਂ ਨੇ ਇਹਦੇ 'ਤੇ ਫੋਕਸ ਹੀ ਕਰ ਲਿਆ, ਤੇ ਇੱਥੋਂ ਹੀ ਮੈਥੋਡਿਸਟ ਚਰਚ ਤੋਂ, ਇੱਥੋਂ ਹੀ ਪੈਂਟੀਕੋਸਟਲ ਜਿਹੜੀ ਕ੍ਰਿਸਮੈਟਿਕ ਸਿਸਟਮ ਹੈ ਉਹ ਸ਼ੁਰੂ ਹੋ ਗਿਆ, ਠੀਕ ਹੈ। ਹਾਂ, ਕੈਲੀਫੋਰਨੀਆ ਤੋਂ ਮਤਲਬ ਉਸ ਜਗ੍ਹਾ ਨੂੰ ਕਹਿੰਦੇ ਅਜ਼ੂਜ਼ਾ ਸਟਰੀਟ ਰਿਵਾਈਵਲ। ਐਗਜ਼ੈਕਟਲੀ, ਤੁਸੀਂ ਸ਼ਾਇਦ ਉਹ ਕਹਿ ਰਹੇ ਹਨ। ਹਾਂ, ਦੇਖੋ ਨਾ। ਹਾਂਜੀ ਹਾਂਜੀ। ਅੱਛਾ, ਉਹਦੇ ਬਾਅਦ ਇਹ ਯੂਰਪ ਵਿੱਚ ਐਸਤਾ ਹੀ ਫੈਲ ਗਿਆ। ਇਹ ਬੇਸਿਕਲੀ ਇਹਨੂੰ ਰਿਲੇਟ ਕੀਤਾ ਜਾਂਦਾ ਹੈ ਕਿ ਗੈਰ ਜ਼ੁਬਾਨਾਂ ਜਿਹੜੀਆਂ ਨੇ ਨਾ, ਉਹ ਬੋਲਣੇ ਦੇ ਤਜਰਬੇ ਨੂੰ ਕਿਹਾ ਜਾਂਦਾ ਹੈ, ਐਕਸਪੀਰੀਅੰਸ ਨੂੰ, ਕਿ ਜੀ ਇਹ ਹੀ ਹੈ ਕ੍ਰਿਸਮੈਟਿਕ ਸਿਸਟਮ। ਹਾਲਾਂਕਿ ਇਹ ਵਚਨ ਜਿਹੜਾ ਹੈ ਉਹਦੇ ਵਿੱਚ ਬੈਲੈਂਸ ਹੋਣਾ ਬੜਾ ਜ਼ਰੂਰੀ ਹੈ, ਠੀਕ ਹੈ। ਹੁਣ ਮਿਸਾਲ ਦੇ ਤੌਰ 'ਤੇ ਕਿ ਕ੍ਰਿਸਮੈਟਿਕ ਜਿਹੜਾ ਸਿਸਟਮ ਹੈ ਉਹ ਵੈਸੇ ਤਾਂ ਚੇਲਿਆਂ ਦੇ ਕਰਤੱਵ ਵਿੱਚ ਜਦੋਂ ਚਰਚ ਦੀ ਸ਼ੁਰੂਆਤ ਹੋਈ, ਤੇ ਜੇ ਇਹ ਹੀ ਕਨਸੈਪਟ ਹੈਗਾ ਹੈ, ਤੇ ਉਹ ਤੇ ਫਿਰ ਇਹਦਾ ਮਤਲਬ ਹੈ ਕਿ ਉਹ ਵੀ ਫਿਰ ਚੇਲੇ ਵੀ ਤੇ ਅਰਲੀ ਚਰਚ ਵੀ ਕ੍ਰਿਸਮੈਟਿਕ ਹੀ ਹੋਇਆ, ਕਿਉਂਕਿ ਉਹ ਵੀ ਸਭ ਗੈਰ ਜ਼ੁਬਾਨਾਂ 'ਚ ਹੀ ਬੋਲਦੇ ਸਨ, ਠੀਕ ਹੈ। ਲੇਕਿਨ ਅਸੀਂ ਕਲੇਮ ਨਹੀਂ ਕਰਨਾ ਚਾਹੀਦਾ, ਕੀ ਚੀਜ਼? ਕਲੇਮ ਕਰਨਾ ਕਿ ਜੀ ਇਹ ਕ੍ਰਿਸਚੈਨਿਟੀ ਇਜ਼ ਕ੍ਰਿਸਮੈਟਿਕ ਹੀ ਹੈ, ਨੋ। ਮਿਸਾਲ ਦੇ ਤੌਰ 'ਤੇ ਕਿ ਹਰ ਚੀਜ਼ ਦਾ ਬੈਲੈਂਸ ਰੱਖਣਾ ਪੈਂਦਾ ਹੈ। ਹੁਣ ਜੇ ਅਸੀਂ ਜ਼ਿਆਦਾ ਫੋਕਸ ਕਰ ਦਿੰਦੇ ਹਾਂ ਕ੍ਰਿਸਮੈਟਿਕ 'ਤੇ, ਉਹ ਜ਼ਿਆਦਾਤਰ ਹੋਲੀ ਸਪਿਰਿਟ 'ਤੇ ਅਸੀਂ ਬੇਸ ਲੈ ਲੈਂਦੇ ਹਾਂ ਕਿ ਜੀ ਹੋਲੀ ਸਪਿਰਿਟ ਆਪਣੇ ਥਰੋਨ 'ਤੇ ਆਣ ਕੇ ਬਹਿ ਗਿਆ, ਉਹਦੇ ਬਾਅਦ ਇਹ ਸਾਰਾ ਕੁਝ ਹੋ ਗਿਆ। ਫਿਰ ਇਸ ਲਿਹਾਜ਼ ਨਾਲ ਅਸੀਂ ਪਿਤਾ ਤੇ ਪ੍ਰਭੂ ਯਿਸੂ ਦੇ ਵਿੱਚ ਬੈਲੈਂਸ ਬਾਜ਼ਕਤ ਨਹੀਂ ਕਰ ਪਾਉਂਦੇ। ਸਾਡਾ ਫੋਕਸ ਜਿਹੜਾ ਹੈ ਉਹ ਜੇ ਤੇ ਖਾਲੀ ਹੀ ਪਿਤਾ ਉੱਤੇ ਵੀ, ਬਾਈਬਲ ਕਹਿੰਦੀ ਉਹ ਵੀ ਇਸ ਲਈ ਯਹੋਵਾ ਵਿਟਨੈਸ ਬਣ ਗਏ ਨੇ। ਫਿਰ ਜੀ ਜੇ ਖਾਲੀ ਯਿਸੂ 'ਤੇ ਫੋਕਸ ਰੱਖੀਏ, ਓਨਲੀ ਜੀਸਸ ਬਣ ਗਿਆ। ਤੇ ਜੇ ਖਾਲੀ ਹੋਲੀ ਸਪਿਰਿਟ 'ਤੇ ਰੱਖੀਏ, ਪਿਤਾ ਤੇ ਪੁੱਤਰ ਨੂੰ ਨਿਗਲੈਕਟ ਕਰੀਏ, ਸੋ ਇਹ ਇੱਕ ਕਿਸਮ ਦੀ ਅੱਗੇ ਜਾ ਹੈਰਸੀ ਬਣ ਜਾਂਦੀ ਹੈ, ਜਦੋਂ ਕਿ
ਪਿਤਾ ਪੁੱਤਰ ਪਵਿੱਤਰ ਆਤਮਾ ਦੇ ਰੋਲ ਆਪਣੀ ਆਪਣੀ ਜਗ੍ਹਾ ਨੇ ਔਰ ਉਹਨਾਂ ਵਿੱਚ ਬੈਲੈਂਸ ਹੈ। ਜਦੋਂ ਇਹ ਬੜਾ ਇੱਕ ਸੈਂਸਿਟਿਵ ਇਸ਼ੂ ਹੈ, ਜਦੋਂ ਅਸੀਂ ਇਹ ਬੈਲੈਂਸ ਨਹੀਂ ਰੱਖ ਪਾਉਂਦੇ ਪਿਤਾ ਪੁੱਤਰ ਪਵਿੱਤਰ ਆਤਮਾ ਦਾ, ਤੇ ਇੱਕ ਬਹੁਤ ਵੱਡਾ ਐਰਰ ਜਾਂ ਗਲਤੀ ਪੈਦਾ ਹੋ ਜਾਂਦੀ ਹੈ। ਔਰ ਫਿਰ ਹਰ ਗੱਲ ਦੇ ਵਿੱਚ ਅਸੀਂ ਉਹ ਬੈਲੈਂਸ ਨਾ ਰੱਖੀਏ ਤੇ ਇਹ ਵੀ ਇੱਕ ਸਿਸਟਮ ਨਹੀਂ ਠੀਕ ਹੈ। ਅੱਛੀ ਗੱਲ ਹੈ ਕਿ ਕ੍ਰਿਸਮੈਟਿਕ ਹੋਣਾ ਚਾਹੀਦਾ। ਖੁਦਾਵੰਦ ਯਿਸੂ ਮਸੀਹ ਨੂੰ ਜਿਹੜੇ ਯਹੂਦੀ ਸਾਨੂੰ ਕਹਿੰਦੇ ਸਨ ਬੜਾ ਰਿਵਾਈਵਲਿਸਟ ਕਿਸਮ ਦਾ ਬੰਦਾ ਹੈ, ਇਨਕਲਾਬੀ ਬੰਦਾ ਹੈ, ਇਹਨੇ ਤੇ ਪਕੜ ਕੇ ਤੇ ਇਨਕਲਾਬ ਲੈਂਦਾ ਹੈ। ਇਨਕਲਾਬ ਦਾ ਕੀ ਹੋ ਗਿਆ? ਇਹ ਯਾਨੀ ਰਿਵਾਈਵਲ ਲੈਣ ਦੀ ਹੈ, ਰਿਵੋਲੂਸ਼ਨਰੀ ਬੰਦਾ ਹੈ। ਸੋ ਅਸਲ ਵਿੱਚ ਅਸੀਂ ਸਰ ਜੀ ਇਹ ਦੇਖਣਾ ਹੁੰਦਾ ਹੈ, ਅੱਛੀ ਗੱਲ ਹੈ। ਇਸੇ ਲਈ ਇਹ ਜਦੋਂ ਸਿਸਟਮ ਉਦੋਂ ਵੀ ਸਨ, ਅਰਲੀ ਚਰਚ ਵਿੱਚ ਵੀ ਸਨ, ਤੇ ਉੱਥੇ ਪਾਲੂਸ ਰਸੂਲ ਨੂੰ ਪਰਮੇਸ਼ਵਰ ਪਿਤਾ ਨੇ, ਪ੍ਰਭੂ ਯਿਸੂ ਤੇ ਪਵਿੱਤਰ ਆਤਮਾ ਨੇ ਪਹਿਲਾ ਕਰੰਥੀਓਂ 14 ਪਾਠ ਇਸ ਲਈ ਲਿਖਵਾ ਦਿੱਤਾ ਕਿ ਅਗਰ ਅਸੀਂ ਕ੍ਰਿਜ਼ਮੈਟਿਕ ਖਾਲੀ ਪਾਕ ਰੂਹ ਤੇ ਹਾਂ, ਤੇ ਉਹਨੇ ਫਿਰ ਉੱਥੇ ਉਸ ਗੱਲ ਨੂੰ ਇਸ ਲਈ ਲਿਖੀ ਕਿਉਂਕਿ ਪਾਕ ਰੂਹ ਦੀਆਂ ਨੇਮਤਾਂ ਜਾਂ ਦਾਤਾਂ ਆਪਰੇਟ ਹੋ ਰਹੀਆਂ ਸਨ, ਲੇਕਿਨ ਚੂੰਕਿ ਉਹਨਾਂ ਨੂੰ ਬੈਲੈਂਸ ਦਾ ਨਹੀਂ ਸੀ ਪਤਾ, ਜੋਸ਼ ਵਿੱਚ ਚੱਲ ਰਹੇ ਸਨ। ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਖੁਦਾ ਦਾ ਕਲਾਮ ਪਹਿਲੇ ਸਾਨੂੰ ਹੋਸ਼ ਸਿਖਾਉਂਦਾ ਹੈ, ਤੇ ਹੋਸ਼ ਉੱਤੇ ਜੋਸ਼ ਆਏ ਤੇ ਉਹ ਅੱਛੀ ਗੱਲ ਹੈ। ਬਿਲਕੁਲ ਜੀ। ਯਾਨੀ ਕਿ ਉਹਨੂੰ ਗੁਰਸ਼ਰਨ ਸਾਹਿਬ ਬੈਠੇ ਦੇ ਨੇ, ਸੋਨੇ ਉੱਤੇ ਸੁਹਾਗੇ, ਉਹ ਕੰਮ ਚਾਹੀਦਾ। ਸੋ ਬੇਸਿਕਲੀ ਸਾਨੂੰ ਅਗਰ ਉਹ ਗੈਰ ਜ਼ੁਬਾਨਾਂ ਹੀ ਬੋਲਦੇ ਨੇ, ਔਰ ਸਾਡਾ ਫੋਕਸ ਜਿਹੜਾ ਨਾ ਉਹ ਯਿਸੂ ਹੋਣਾ ਚਾਹੀਦਾ, ਯਿਸੂ ਹੋਣਾ ਚਾਹੀਦਾ। ਜਦੋਂ ਯਿਸੂ ਹੈ ਉਹਦੇ ਨਾਲ ਹੀ, ਕਿਉਂਕਿ ਦੇਖੋ ਸੰਤ ਯਹੋਨਾ 14 'ਚ ਲਿਖਿਆ ਹੈ ਕਿ ਪ੍ਰਭੂ ਯਿਸੂ ਕਹਿਣ ਲੱਗੇ ਕਿ ਉਹ ਹਾਲਾਂ ਮੈਂ ਤੁਹਾਡੇ ਨਾਲ ਬਹੁਤ ਹੀ ਗੱਲਾਂ ਕਰਨੀਆਂ ਨੇ, ਤੁਹਾਡੇ 'ਚ ਬਰਦਾਸ਼ਤ ਹੀ ਨਹੀਂ ਹੈ, ਲੇਕਿਨ ਪਵਿੱਤਰ ਆਤਮਾ ਆਏਗਾ ਤੇ ਉਹ ਤੁਹਾਨੂੰ ਮੇਰੇ ਕੋਲੋਂ ਲੈ ਕੇ ਦੱਸੇਗਾ। ਅਸੀਂ ਇਹ ਨਹੀਂ ਕਹਿੰਦੇ ਕਿ ਪਿਤਾ ਪੁੱਤਰ, ਪਿਤਾ ਵੱਡਾ, ਪ੍ਰਭੂ ਯਿਸੂ ਮਸੀਹ ਉਹਦੇ ਤੋਂ ਛੋਟੇ ਤੇ ਪਵਿੱਤਰ ਆਤਮਾ ਉਸ ਤੋਂ ਛੋਟਾ ਨਹੀਂ। ਇਹ ਤਿੰਨੇ ਇੱਕੋ ਹੀ ਇਹਨਾਂ ਦਾ ਇੱਕ ਗੋਡ ਹੈ, ਠੀਕ, ਰੂਹਾਨੀ ਸ਼ਖਸ ਨੇ, ਡਿਵਾਈਨ ਪਰਸਨ। ਸੋ ਬੇਸਿਕਲੀ ਕ੍ਰਿਜ਼ਮੈਟਿਕ ਸਿਸਟਮ ਠੀਕ ਹੈ, ਲੇਕਿਨ ਇਹ ਜਦੋਂ ਇਹ ਖਾਲੀ ਕ੍ਰਿਜ਼ਮੈਟਿਕ ਜੇ ਤੇ ਸਾਡੀ ਹੁਣ ਡਾਕਟਰਿਨ ਕੀ ਹੈ ਇਹ ਪਹਿਲੇ ਦੇਖੀਏ ਨਾ ਕਿ ਉਹਨਾਂ ਦੀ ਕੀ ਡਾਕਟਰਿਨ ਹੈ। ਅਗਰ ਜੋ ਵੀ ਹੈ ਕ੍ਰਿਜ਼ਮੈਟਿਕ ਹਰ ਉਹ ਬੰਦਾ ਹੈ ਜਿਹੜਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਡਾਕਟਰਿਨ ਵਿੱਚ ਮੂਵ ਕਰਦਾ ਹੈ। ਠੀਕ ਹੈ। ਹਾਂਜੀ ਤੇ ਅੱਛਾ ਜੀ, ਮਤਲਬ ਇਹ ਚਿੰਨ ਚਮਤਕਾਰ ਵਾਲੀ ਹੀ ਗੱਲ ਹੋ ਰਹੀ ਹੈ ਨਾ। ਹਮੇਸ਼ਾ ਜ਼ਿੰਦਗੀ 'ਚ ਯਾਦ ਰੱਖਣਾ ਹੈ ਕਿ ਆਪਣੀ ਸਾਡੀ ਖਿਦਮਤ ਦਾ ਬੇਸ ਫਾਊਂਡੇਸ਼ਨ ਪ੍ਰਭੂ ਦੇ ਵਚਨ ਉੱਤੇ ਰੱਖੋਗੇ। ਜਿੱਥੇ ਵਚਨ ਹੈ ਉੱਥੇ ਇਹ ਕ੍ਰਿਜ਼ਮੈਟਿਕ ਸਿਸਟਮ ਵੀ ਹੈ। ਮਰਕਸ 16:20 'ਚ ਲਿਖਿਆ ਹੈ ਕਿ ਚੇਲਿਆਂ ਨੇ, ਅਗਰ ਉਹ ਕ੍ਰਿਜ਼ਮੈਟਿਕ ਨੇ, ਦੇਖੋ ਨਾ ਹੁਣ ਕ੍ਰਿਜ਼ਮੈਟਿਕ ਕਹਿ ਲਓ, ਅਸੀਂ ਕਹਿੰਦੇ ਜੀ ਪੈਂਟੀਕੋਸਟਲ ਸੀ, ਪਹਿਲੇ ਪੈਂਟੀਕੋਸਟਲ ਸਨ, ਓਕੇ ਭਾਈ ਮਿਸ਼ਨ ਤੇ ਸਾਡੀ ਪਿਤਾ ਪੁੱਤਰ ਪਵਿੱਤਰ ਆਤਮਾ ਦੀ ਹੋਣੀ ਚਾਹੀਦੀ ਹੈ, ਜਿਹੜੀ ਮਰਜ਼ੀ ਪੁੱਛਣ ਲਾ ਦੋ। ਅੱਛਾ, ਉਹ ਕੀ ਸਨ? ਲਿਖਿਆ ਹੈ ਮਰਕਸ 16:20 'ਚ ਲਿਖਿਆ, ਉਹਨਾਂ ਨੇ, ਕਿਹਨਾਂ ਨੇ? ਚੇਲਿਆਂ ਨੇ ਬਾਹਰ ਨਿਕਲ ਕੇ ਪ੍ਰਚਾਰ ਕੀਤਾ। ਠੀਕ, ਪਰਮੇਸ਼ਵਰ ਉਹਨਾਂ ਦੇ ਨਾਲ ਹੋ ਕੇ, ਵੇਖੋ ਨਾ ਆ ਗਿਆ ਨਾ, ਪਰਮੇਸ਼ਵਰ ਉਹਨਾਂ ਦੇ ਨਾਲ ਹੋ ਕੇ ਚਮਤਕਾਰਾਂ ਦੇ ਵਸੀਲੇ ਨਾਲ ਵਚਨ ਨੂੰ ਸਾਬਤ ਕਰਦਾ ਸੀ। ਗੱਲ ਬੇਸ ਵਚਨ ਦੀ ਹੈ। ਜਿਸ ਮਿਨਿਸਟਰੀ ਦੀ ਬੁਨਿਆਦ ਇਸ ਵਚਨ ਉੱਤੇ ਹੋਏਗੀ ਉਹ ਕਦੀ ਨਹੀਂ ਡੋਲਣਗੇ, ਕਦੀ ਦੁਨੀਆ ਤੋਂ ਖਤਮ ਨਹੀਂ ਹੋਣਗੇ। ਪਾਕ ਰੂਹ ਦੀਆਂ ਦਾਤਾਂ ਅੱਛੀਆਂ ਨੇ, ਤੇ ਜੇ ਸਾਡੀ ਬੇਸ ਪਾਕ ਕਿਸੇ
ਦਾਤ ਉੱਤੇ ਰੱਖ ਲੈਂਦੇ ਆ ਤੇ ਉਹ ਕੁਝ ਉਹ ਫਿਰ ਉਹ ਪਾਇਦਾਰ ਨਹੀਂ ਹੁੰਦੀ। ਦੇਖੋ ਨਾ ਪ੍ਰਭੂ ਦਾ ਵਚਨ ਜਿਹੜਾ ਹੈ ਉਹਦੀ ਬੜੀ, ਕਿਉਂਕਿ ਜ਼ਬੂਰ 138 ਦੂਸਰੀ ਆਇਤ ਵਿੱਚ ਕੀ ਲਿਖਿਆ ਹੈ ਕਿ ਯਹੋਵਾ ਪਾਕ ਖੁਦਾ ਨੇ ਆਪਣੇ ਵਚਨ ਨੂੰ ਆਪਣੇ ਨਾਂ ਤੋਂ ਵੀ ਉੱਚਾ ਕਰ ਦਿੱਤਾ। ਯਰਮੀਆ 1:12 'ਚ ਕੀ ਲਿਖਿਆ ਹੈ? ਇੱਕ ਵਾਰ ਜਰਮਾਇਆ 1:12 ਹਾਂਜੀ ਹਾਂਜੀ ਕਿ ਤੁਸਾਂ ਖੂਬ ਵੇਖਿਆ, ਯਹੋਵਾ ਪਾਕ ਖੁਦਾ ਕਹਿ ਰਿਹਾ ਕਿ ਮੈਂ ਆਪਣੇ ਵਚਨ ਨੂੰ ਪੂਰਾ ਕਰਨ ਲਈ ਹਰ ਵੇਲੇ ਜਾਗਦਾ ਰਹਿਣਾ। ਤੇ ਜੇ ਰੱਬ ਨੇ ਹੀ ਇਸ ਵਚਨ ਨੂੰ ਆਪਣੇ ਨਾਂ ਤੋਂ ਉੱਚਾ ਜੇ ਕਰ ਦਿੱਤਾ, ਅੱਛਾ ਫਿਰ ਵੇਖੋ ਜੀ ਇੱਥੇ ਜੋ ਮਰਜ਼ੀ ਕਰਦੇ ਰਹੀਏ। ਜ਼ਬੂਰ 119 ਉਹਦੀ 89 ਵਰਸ ਕਿੰਨੀ? 89 ਜ਼ਬੂਰ 119 ਹਾਂਜੀ 99 ਹਾਂ 99 ਬੋਲ ਦੋ ਤੁਸੀਂ। ਹਾਂ ਸਾਮ ਭਜਨ ਜ਼ਬੂਰ 119 ਦੀ 99 ਵਿੱਚ ਲਿਖਿਆ ਹੈ ਕਿ 90 ਤੋਂ ਇੱਕ ਘੱਟ, ਉੱਥੇ ਲਿਖਿਆ ਹੈ ਕਿ ਪਰਮੇਸ਼ਵਰ ਤੇਰਾ ਵਚਨ ਸਵਰਗਾਂ ਤੇ ਹਮੇਸ਼ਾ ਲਈ ਕਾਇਮ ਹੈ। ਆ ਜੀ ਪਹਿਲਾ ਕਰੰਥੀਆਂ 13 ਦੇ ਵਿੱਚ ਇਹ ਨਬੂਵਤਾਂ ਹੋਣ, ਭਵਿੱਖਬਾਣੀਆਂ ਹੋਣ, ਸਾਰੀਆਂ ਦਾਤਾਂ ਇਹ ਸਭ ਚਲੀਆਂ ਜਾਣਗੀਆਂ, ਲੇਕਿਨ ਪ੍ਰੇਮ ਜਿਹੜਾ ਪ੍ਰਭੂ ਦਾ ਵਚਨ ਨੇ, ਸੱਚੇ ਪ੍ਰਭੂ ਯਿਸੂ ਮਸੀਹ ਉਹ ਹਮੇਸ਼ਾ ਦਾ ਕਾਇਮ ਰਹਿਣਾ। ਸੋ ਅਸੀਂ ਕਿਸੇ ਨੂੰ ਪੁੱਟ ਡਾਊਨ ਨਹੀਂ ਕਰਦੇ, ਥੱਲੇ ਨਹੀਂ ਕਰਦੇ, ਸਿਰਫ ਇਹ ਵੇ ਹਰ ਮਸੀਹੀ ਜਿਹੜਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਬੈਲੈਂਸ ਨੂੰ ਠੀਕ ਰੱਖਦਾ ਹੈ, ਜਿਹੜਾ ਵਚਨ ਹੀ ਦੱਸਿਆ ਉਹ ਕ੍ਰਿਸਮੈਟ ਹੈ। ਜੇ ਕਿਸੇ ਇੱਕ ਚੀਜ਼ ਉੱਤੇ ਜ਼ੋਰ ਦੇ ਦਾਂਗੇ ਉਹ ਹੈਰਸੀ ਬਣ ਜਾਂਦੀ ਹੈ, ਵਿਗੜੀ ਹੋਈ ਤਾਲੀਮ ਹੋ ਜਾਂਦੀ ਹੈ। ਫਿਰ ਉਹਦੇ ਵਿੱਚ ਆ ਜਾਂਦਾ ਹੈ ਜੀ ਅਸੀਂ ਮਤਲਬ ਇਹ ਹੋ ਸਕਦਾ ਹੈ ਕਿ ਜੀ ਅਸੀਂ ਠੀਕ ਹਾਂ ਬਾਕੀ ਨਹੀਂ ਜੇ ਠੀਕ, ਅਸੀਂ ਕ੍ਰਿਸਚਨ ਹਾਂ ਬਾਕੀ ਨਹੀਂ ਜੇ, ਇਹ ਚੀਜ਼ ਨਹੀਂ। ਹਾਂਜੀ ਤੇ ਹਾਂਜੀ ਪਲੀਜ਼। ਤੇ ਇਹ ਜਿਹੜੀ ਮੂਵਮੈਂਟ ਸੀਗੀ ਇਹ ਹੋਈ ਜਿਹੜੀ ਕ੍ਰਿਸਮੈਟਿਕ ਮੂਵਮੈਂਟ ਜਿਹੜੀ ਹੈਗੀ ਆ, ਮਤਲਬ ਜਿਹਦੇ ਵਿੱਚ ਚਿੰਨ੍ਹ ਚਮਤਕਾਰ ਸ਼ੁਰੂ ਹੋਏ ਹੈ ਨਾ, ਦੇ ਮਤਲਬ ਦੇ ਨਾਲ ਜਿੱਦਾਂ ਪਰਮੇਸ਼ਰ ਨੇ ਆਪਣਾ ਵਚਨ ਸੱਚਾ ਸਾਬਤ ਕੀਤਾ ਹੈ ਨਾ, ਤੇ ਚਿੰਨ੍ਹ ਚਮਤਕਾਰ ਹੁੰਦੇ ਆ ਪਵਿੱਤਰ ਆਤਮਾ ਦੀ ਸ਼ਕਤੀ ਦੇ ਨਾਲ। ਤੇ ਫਿਰ ਜਦੋਂ ਇਹ ਮੂਵਮੈਂਟ ਨਹੀਂ ਸੀ ਉਦੋਂ ਫਿਰ ਕੀ ਪ੍ਰੋਬਲਮ ਸੀਗੀ ਚਰਚ ਦੇ ਵਿੱਚ ਜਦੋਂ ਨਹੀਂ ਹੋਏ? ਤੇ ਜਦੋਂ ਸ਼ੁਰੂ ਹੋਈ ਨਾ ਮੂਵਮੈਂਟ ਦੇਖੋ ਵਿਚਾਲੇ ਜਿੱਦਾਂ ਚੇਲਿਆਂ ਦੇ ਕਰਤੱਵ ਦੇ ਵਿੱਚ ਹੋਇਆ, ਫਿਰ ਵਿਚਾਲੇ ਕੰਮ ਠੰਡਾ ਪੈ ਗਿਆ ਤੇ ਫਿਰ ਦੁਬਾਰਾ ਆਪਾਂ ਇਸ ਤਰ੍ਹਾਂ ਹੋ ਗਿਆ ਨਹੀਂ ਹੋ ਗਿਆ। ਤੇ ਫਿਰ ਹੁਣ ਜਿਹੜੀ ਮੂਵਮੈਂਟ ਹੋਈ ਆ ਇਹ ਮਤਲਬ ਕਿ 1906 ਦੇ ਵਿੱਚ ਆਪਣੇ ਸ਼ੁਰੂ ਹੋਈ ਹੈ ਨਾ। ਤੇ ਇਹ ਕੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਵੀ ਆਪਾਂ ਚਰਚ ਨੂੰ ਪਤਾ ਨਹੀਂ ਹੈਗਾ ਵਚਨ 'ਚ ਕੀ ਲਿਖਿਆ ਹੈਗਾ, ਤੇ ਪਰਮੇਸ਼ਰ ਦਾ ਵਚਨ ਤਾਂ ਹੈ, ਉਹ ਸੱਚਾ ਸਾਬਤ ਕਰਨ ਨੂੰ ਜਿੰਨਾ ਚਮਤਕਾਰਾਂ ਦੇ ਨਾਲ ਹਰ ਵੇਲੇ ਤਿਆਰ ਰਹਿੰਦਾ ਹੈ। ਬਿਲਕੁਲ। ਤੇ ਫਿਰ ਸਾਡੇ ਵਿੱਚ ਕੀ ਕਮੀ ਹੋ ਜਾਂਦੀ ਆ? ਕਿਉਂ ਇਸ ਤਰ੍ਹਾਂ ਹੋ ਜਾਂਦਾ? ਕੀ ਹੋ ਗਿਆ? ਇਹ ਚਰਚ ਹਿਸਟਰੀ ਜਦੋਂ ਅਸੀਂ ਦੇਖਦੇ ਹਾਂ ਨਾ, ਹਾਂਜੀ, ਤੇ ਜਿਹੜੇ ਡਿਨੋਮੀਨੇਸ਼ਨ ਦੀ ਗੱਲ ਆ ਗਈ ਕਿ ਉਹਨੂੰ ਡਿਨੋਮੀਨੇਸ਼ਨ ਕੀ ਹੈ? ਡਿਨੋਮੀਨੇਸ਼ਨ ਵੱਖਰੇ ਵੱਖਰੇ ਚਰਚ ਦੇ ਜਿਹੜੇ ਦੇ ਨਾਮ, ਡਿਨੋਮੀਨੇਸ਼ਨ ਦਾ ਪਤਾ ਨਹੀਂ ਕਿਹਾ ਡਿਨੋਮੀਨੇਸ਼ਨ ਫਿਰਕੇ ਚਰਚ, ਫਿਰਕੇ ਹਾਂ, ਜਿੱਦਾਂ ਕੋਈ ਬੈਪਟਿਸਟ ਹੋ ਗਿਆ, ਕੋਈ ਪੈਂਟੇਕੋਸਟ ਹੋ ਗਿਆ। ਇਹ ਜਦੋਂ ਅਰਲੀ ਚਰਚ ਦੇ ਵਿੱਚ ਇਹ ਸਾਰੇ ਹੋ ਰਹੇ ਸਨ, ਫਿਰ ਵਿੱਚ ਇੱਕ ਪੀਰੀਅਡ ਇਹੋ ਜਿਹਾ ਆਇਆ ਕਿ ਕੈਥਲਿਕਸ, ਰੋਮਨ ਕੈਥਲਿਕਸ ਅਸੀਂ ਵੀ ਹਾਂ। ਕੈਥਲਿਕ ਦਾ ਮਤਲਬ ਹੁੰਦਾ ਹੈ ਕਿ ਇੱਕ ਮਤਲਬ ਹੈ ਕਿ ਯੂਨੀਵਰਸਲ ਚਰਚ। ਰੋਮਨ ਕੈਥਲਿਕਸ ਜਿਹੜੇ ਨੇ ਚਰਚ ਆਫ ਇੰਗਲੈਂਡ ਹੋ ਗਏ, ਚੂੰਕਿ ਇਹਨਾਂ ਦੀ ਜਿਹੜੀ ਚਰਚ ਦੀ ਸਟਰਕਚਰ ਦੇ ਵਿੱਚ, ਕਿਉਂਕਿ ਇਹ ਉਹ ਲੋਕ ਸਨ ਜਿਹੜੇ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ, ਦੁਨੀਆ ਤੱਕ ਕਲਾਮ ਪਹੁੰਚਾਇਆ, ਲੇਕਿਨ ਇਹਨਾਂ ਦਾ ਫੋਕਸ ਪਿਤਾ ਪੁੱਤਰ ਤੇ ਹੀ ਸੀ। ਈਵਨ ਦੈਨ ਕਿ ਉਹ ਨਈ ਕਰੀਡ ਵੀ ਆ ਗਈ ਸੀ, ਤੇ ਉਹ ਜਿਹੜੇ ਬਾਕੀ ਜਿਹੜੇ ਇਸ ਫੇਥ ਦੇ ਲੋਕ ਸਨ ਉਹ ਮਾੜੇ ਸਨ ਫਾਈਨੈਂਸ਼ਲੀ ਵੀ। ਸੋ ਚਲਦੇ ਰਹੇ, ਲੇਕਿਨ ਫਿਰ ਖੁਦਾ ਦਾ ਕੰਮ ਤੇ ਚੱਲਦਾ ਹੀ ਰਹਿੰਦਾ ਹੈ। ਲੇਕਿਨ ਸਮਹਾਓ 1906 'ਚ ਇਹ ਇੱਕ ਰਿਵਾਈਵਲ ਆਈ, ਕਿ ਉਹਨੂੰ ਕਹਿ ਲਓ ਬੇਦਾਰੀ ਆਈ,
ਤੇ ਉਹਦੇ ਵਿੱਚ ਇਹ ਫਿਰ ਦੁਬਾਰਾ ਹੋਇਆ। ਇਹ ਨਹੀਂ ਚਰਚ ਹੀ ਸਾਰੇ ਪੈਂਟੀਕੋਸਟਲ ਸੀ, ਗੈਰ ਜ਼ਬਾਨਾਂ ਬੋਲਦੇ ਸਨ, ਕਰਸ਼ਮਾਤ ਹੁੰਦੇ ਸਨ, ਸਾਰਾ ਕੁਝ ਹੁੰਦਾ ਸੀ। ਇਹ ਵਿੱਚ ਨਾ ਇੱਕ ਪੀਰੀਅਡ ਅਗਰ ਚਰਚ ਹਿਸਟਰੀ 'ਚ ਦੇਖੀਏ, ਮੈਨੂੰ ਵੈਸੇ ਸਾਰਾ ਨਹੀਂ ਪਤਾ ਲੇਕਿਨ ਮੋਟਾ ਪਤਾ ਹੈ। ਇਹ ਬਿਲਕੁਲ ਤੁਹਾਡਾ ਸਵਾਲ 100% ਮੈਂ ਵੀ ਸਿੱਖਾਂਗਾ ਤੁਹਾਨੂੰ ਵੀ। ਪਲੀਜ਼ ਇਹ ਚਰਚ ਹਿਸਟਰੀ ਪੜ੍ਹਨੀ ਲੈਣੀ ਕੀ ਹੋਇਆ। ਲੇਕਿਨ ਇਹ ਸੀ ਕਿ ਚਰਚ ਆਫ ਇੰਗਲੈਂਡ ਹੋ ਗਏ, ਇਹ ਮੈਥੋਡਿਸਟ ਹੋ ਗਏ, ਇਹ ਸਾਰੇ ਰੋਮਨ ਕੈਥਲਿਕ ਹੋ ਗਏ। ਇਹ ਅਗਰ ਤੁਸੀਂ ਇਸਰਾਈਲ ਵਿੱਚ ਜਾਓ ਨਾ ਤੇ ਉੱਥੇ ਸਾਰੀਆਂ ਵੱਡੀ ਵੱਡੀ ਬਿਲਡਿੰਗਾਂ ਚਰਚਿਜ਼ ਇਹਨਾਂ ਦੇ ਹੀ ਨੇ। ਸੋ ਇਹ ਪਾਵਰ ਵਿੱਚ ਆਰਥੋਡਾਕਸ ਹੈ ਨਾ। ਜਿਹੜੇ ਉੱਧਰ ਤੁਸੀਂ ਜਾ ਰਹੇ ਹੋ, ਖੁਦਾ ਤੁਹਾਨੂੰ ਬਰਕਤ ਦੇਵੇ, ਤੇ ਇਹ ਚੀਜ਼ਾਂ ਉੱਥੇ ਵੀ ਵੇਖੋਗੇ। ਤੇ ਤੁਸੀਂ ਜਿਹੜੇ ਜਾ ਰਹੇ ਹੋ ਉਹ ਪਿਤਾ ਪੁੱਤਰ ਪਵਿੱਤਰ ਆਤਮਾ ਨੂੰ ਪ੍ਰੀਚ ਕਰੋਗੇ। ਇਹ ਗੱਲ ਹੈ। ਸੋ ਯੂ ਆਰ ਆਲਸੋ ਕ੍ਰਿਸਮੈਟਿਕ। ਤੇ ਇਹ ਜੇ ਤੇ ਬਹਰਹਾਲ ਇੱਕ ਲਹਿਰ ਆ ਗਈ, ਰਿਵਾਈਵਲ ਆਂਦੀ ਹੈ। ਉਹ ਕਿਹੜੀ ਰਿਵਾਈਵਲ ਦੱਸ ਰਹੇ ਸੋ? ਜਿਹੜੀ ਟੋਰਾਂਟੋ ਨਹੀਂ, ਆਪਣੇ ਕੈਲੀਫੋਰਨੀਆ ਅਜ਼ੂਜ਼ਾ ਸਟਰੀਟ। ਹਾਂਜੀ। ਸੋ ਇਹ ਵੀ ਹੁੰਦਾ ਹੈ, ਵਿੱਚ ਠੰਡੇ ਵੀ ਪੈ ਜਾਂਦੇ ਨੇ, ਵਿੱਚ 100 ਵਜੂਹਾਤ ਹੋ ਜਾਂਦੀਆਂ, ਲੇਕਿਨ ਫਿਰ ਵੀ ਖੁਦਾਵੰਦ ਆਪਣਾ ਕੰਮ ਕਰਨਾ ਜਾਣਦਾ ਹੈ। ਸੋ ਰਿਵਾਈਵਲ ਦੇ ਥਰੂ ਫਿਰ ਇਹ ਹੋ ਗਿਆ। ਲੇਕਿਨ ਹੁਣ ਇਹਨੂੰ ਵੀ ਅਸੀਂ ਇਹ ਦੇਖਣਾ ਨਾ ਕਿ ਮੇਨ ਰਿਵਾਈਵਲ ਇਹ ਹੀ ਹੈ ਕਿ ਯਿਸੂ ਲਈ ਰੂਹਾਂ ਜਿੱਤਣੀਆਂ ਨੇ ਸਰ। ਦੈਟਸ ਇਟ। ਬਿਲਕੁਲ ਠੀਕ ਹੈ। ਹਾਂਜੀ। ਹੁਣ ਦੇਖੋ ਤੁਸੀਂ ਚਲੋ ਦੁਨਿਆਵੀ ਮਿਸਾਲ ਦੇਖ ਲੈਂਦੇ ਆ। ਉਹ ਬੈਪਟਿਸਟ ਚਰਚ ਦੇ ਸਨ, ਕੌਣ ਸਨ ਜਿਹਨੇ ਬਹੁਤ ਹੀ ਰੂਹਾਂ ਜਿੱਤੀਆਂ ਨੇ? ਬਿਲੀ ਗ੍ਰੈਹਮ। ਹੁਣ ਅਗਰ ਉਹ ਗੈਰ ਜ਼ਬਾਨ ਬੋਲਦੇ ਸਨ, ਨਹੀਂ ਬੋਲਦੇ ਸਨ, ਇਹ ਖੁਦਾ ਜਾਣਦਾ ਹੈ। ਅਗਰ ਉਹ ਨਹੀਂ ਵੀ ਬੋਲਦੇ ਸਨ ਤੇ ਉਹ ਰਿਵਾਈਵਲ ਲਿਆਈ ਕਿਤਨੇ ਲੋਕ। ਤੇ ਮੇਨ ਮਕਸਦ ਹੈ ਸਾਡੀ ਇਹਨਾਂ ਸਾਰੀਆਂ ਗੱਲਾਂ ਦਾ ਕਿ ਚਰਚ ਦੀ ਉન્નਤੀ ਹੋਵੇ, ਐਡੀਫਿਕੇਸ਼ਨ ਹੋਵੇ, ਅਫਜ਼ੂਨੀ ਹੋਏ। ਉਹਨੇ ਦੇਖੋ ਜੀ ਜੋ ਵੀ ਹੈ, ਅਸੀਂ ਤੇ ਕੌਣ ਆ ਜੱਜ, ਲੇਕਿਨ ਰੂਹਾਂ ਜਿੱਤੀਆਂ। ਇਹ ਜੇ ਮਸਲਾ ਪਾਲੂਸ ਰਸੂਲ ਨੇ ਯਿਸੂ ਨੂੰ ਇੱਕ ਨਵਾਂ ਟਾਈਟਲ ਦੇ ਦਿੱਤਾ, ਭਾਈ ਇਹ ਰੂਹਾਂ ਜਿੱਤਣ ਵਾਲਾ। ਸੋ ਇਹ ਹੀ ਸਾਡਾ ਟਾਈਟਲ ਹੋਣਾ ਚਾਹੀਦਾ ਹੈ। ਠੀਕ ਹੈ। ਸੋ ਕ੍ਰਿਸਮੈਟਿਕ ਦਾ ਇਹ ਸੀ ਕਿ ਹਾਂ ਅੱਛਾ ਹੈ, ਜੋਸ਼ ਨਾਲ ਹੋਸ਼ ਜ਼ਰੂਰੀ। ਠੀਕ ਹੈ। ਬਿਲਕੁਲ ਜੀ। ਔਰ ਜਾਂ ਫਿਰ ਕਹਿ ਸਕਦੇ ਹਾਂ ਜੀ ਇਹ ਕ੍ਰਿਸਮੈਟਿਕ ਮੂਵਮੈਂਟ ਜਾਂ ਇਹ ਜਿਹੜਾ ਚਰਚ ਹੈਗਾ ਉਹ ਫੁੱਲ ਗੋਸਪਲ ਹਾਂਜੀ, ਤਾਂ ਕਿ ਉਹਦੇ ਵਿੱਚ ਆਪਣੇ ਕੋਈ ਪਾਕ ਰੂਹ ਦੀਆਂ ਨੇਮਤਾਂ ਤੇ ਉਹਦੇ ਫਲ ਜੋ ਕੁਝ ਲਿਖਿਆ ਹੈ ਉਹਦੇ ਤੇ ਵਿਸ਼ਵਾਸ ਕਰਨਾ। ਸਿਰਫ ਇਦਾਂ ਨਹੀਂ ਪਿਤਾ ਔਰ ਪੁੱਤਰ ਤੇ ਹੀ ਵਿਸ਼ਵਾਸ, ਉਸ ਤੋਂ ਬਾਅਦ ਜਿੱਦਾਂ ਤੁਸੀਂ ਕਿਹਾ ਸੀ ਨਾ ਪਹਿਲਾਂ ਇਹੋ ਜਿਹੇ ਵੀ ਜਾਂ ਪਾਕ ਰੂਹ ਨੂੰ ਕੋਈ ਬਿਜਲੀ ਜਾਂ ਤੁਸੀਂ ਮਿਸਾਲ ਦਿੰਦੇ ਹੋ ਕੋਈ ਤਾਕਤ ਨਾ, ਇਹ ਰੂਹਾਨੀ ਸ਼ਖਸ ਹੈ। ਤੇ ਪਵਿੱਤਰ ਆਤਮਾ ਨੂੰ ਵੀ ਰੂਹਾਨੀ ਸ਼ਖਸ ਸਮਝ ਕੇ ਔਰ ਪਵਿੱਤਰ ਆਤਮਾ ਦੇ ਗਿਫਟਸ ਨੂੰ, ਤੋਹਫਿਆਂ ਨੂੰ, ਜੋ ਮਤਲਬ ਕਿ ਫੁੱਲ ਜਿਹੜਾ ਪ੍ਰਚਾਰ ਚੇਲਿਆਂ ਦੇ ਕਰਤੱਵ ਦੇ ਵਿੱਚ ਜਿਸ ਤਰ੍ਹਾਂ ਹੋਇਆ ਸੀਗਾ ਹੈ ਨਾ, ਫੁੱਲ ਗੋਸਪਲ, ਉੱਥੇ ਸਾਰਾ ਕੁਝ ਹੁੰਦਾ ਸੀਗਾ। ਉਹੀ ਚੀਜ਼ ਨੂੰ ਪੂਰੇ ਉਹਦੇ ਵਿੱਚ ਬਿਨਾਂ ਬੈਲੈਂਸ ਦੇ ਵਿੱਚ ਬੈਲੈਂਸ ਰੱਖ ਕੇ। ਬਿਲਕੁਲ ਜੀ। ਤੇ ਫਿਰ ਕੋਈ ਵਿਗਾੜ ਨਹੀਂ ਪੈਦਾ ਹੋਏਗਾ। ਫਿਰ ਸਾਰੇ ਕ੍ਰਿਸਮੈਟਿਕ ਨੇ। ਤੇ ਉੱਥੇ ਫਿਰ ਉਹ ਗੈਰ ਜ਼ਬਾਨਾਂ ਵੀ ਚੱਲਦਾ, ਸਾਰਾ ਕੁਝ ਹੀ ਚੱਲਦਾ। ਜਦੋਂ ਕਿ ਡਿਨੋਮੀਨੇਸ਼ਨ ਕਹਿੰਦੇ ਨਹੀਂ ਜੀ ਅੱਜ ਕੱਲ ਇਹ ਨਹੀਂ, ਅੱਜ ਕੱਲ ਦੇ ਲਈ ਨਹੀਂ ਹੈਗੀਆਂ। ਦੇਖੋ ਨਾ, ਇਹ ਵੀ ਗਲਤ ਗੱਲ ਹੈ। ਤੇ ਫਿਰ ਇਹ ਡਿਨੋਮੀਨੇਸ਼ਨ ਵੱਖਰੇ ਇਹ ਫਿਰ ਵਚਨ ਤੋਂ ਫਿਰ ਅਸੀਂ ਥੋੜਾ ਪਾਸੇ ਹੋ ਜਾਂਦੇ ਹਾਂ। ਜੋ ਪਾਕ ਰੂਹ ਸਾਨੂੰ ਦੱਸਦਾ ਹੈ ਤੇ ਸਾਰਾ ਕੁਝ ਲਿਖਿਆ ਹੈ। ਹੁਣ ਉਤਪਤੀ ਜਾਂ ਦ ਬੁੱਕ ਆਫ ਜੈਨੇਸਿਸ, ਪੈਦਾਇਸ਼ ਤੇ ਪ੍ਰਕਾਸ਼ ਦੀ ਪੋਥੀ ਦੇ ਸਕੰਜੇ ਵਿੱਚ ਜੋ ਕੁਝ ਲਿਖਿਆ ਹੈ ਉਹਨੂੰ ਸਮਝ ਕੇ ਬਿਲਕੁਲ ਬੈਲੈਂਸ ਕਰਕੇ ਆਪਾਂ ਚੱਲਣਾ ਹੈ। ਠੀਕ। ਬਿਲਕੁਲ ਜੀ। ਆਪਾਂ ਆਪਣੀ ਅਕਲ, ਆਪਣੀ ਸਮਝ ਦੇ ਵਿੱਚ ਕਰਕੇ ਉਹਦੇ ਵਿੱਚ ਕੁਝ ਵੀ ਕੱਢਣਾ ਪਾਉਣਾ ਨਹੀਂ ਹੈਗਾ ਵੀ ਉਹ ਅੱਜ ਲਈ ਨਹੀਂ ਹੈਗਾ, ਉਦੋਂ ਲਈ ਸੀਗਾ ਜਾਂ ਅੱਛਾ। ਇਹਦੀ ਵੀ ਸਜ਼ਾਵਾਂ ਸੁਣ ਲਓ। ਬਵਸਥਾ ਸਾਰ ਝਾੜ ਦੀ ਦੋ, ਉਹ ਖੁਦਾ ਨੇ ਸ਼ੁਰੂ 'ਚ ਕਿਹਾ ਉਹ ਨਾ ਕੱਢੀ ਨਾ ਕੋਈ ਪਾਣੀ। ਕਹਾਵਤਾਂ ਠੀਕ ਹੈ 30 ਦੀ 5 ਤੇ 6 ਆਏ ਭਾਈ ਜੀ, ਇਹਦੇ ਵਿੱਚੋਂ ਇਹ ਬਾਣੀ ਵਿੱਚੋਂ ਨਾ ਕੱਢੀ ਨਾ ਪਾਈ। ਪ੍ਰਕਾਸ਼ ਦੀ ਪੋਥੀ 22 ਦੀ 18 ਤੇ 19 ਉੱਥੇ ਸਜ਼ਾਵਾਂ ਵੀ ਦੇ ਦਿੱਤੀਆਂ ਨੇ ਕਿ ਜਿਹੜਾ ਕੱਢੇਗਾ ਨਾ ਉਹਨੂੰ ਜਿਹੜਾ ਪਾਏਗਾ ਨਾ ਕੋਲੋਂ ਉਹਨੂੰ। ਇਸ ਲਈ ਇਹ ਕ੍ਰਿਟੀਕਲ ਇਸ਼ੂ ਹੈ। ਉਨਾ ਹੀ ਚਲੋ ਜਿੰਨਾ ਵਚਨ ਦੱਸਦਾ ਤੇ
ਦੇਖੋ ਇਹ ਇਮੋਸ਼ਨਲਿਜ਼ਮ ਜਿਹੜਾ ਹੈ ਨਾ, ਇਹ ਜੋਸ਼ ਵਿੱਚ ਫਿਰ ਅਸੀਂ ਉਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦੇ। ਠੀਕ ਹੈ, ਇਮੋਸ਼ਨਲਿਜ਼ਮ ਨਹੀਂ ਹੋਣਾ ਚਾਹੀਦਾ। ਭਾਵੁਕ ਹੋ ਕੇ ਹੈ ਭਾਵੁਕ ਹੋ ਕੇ ਠੀਕ ਹੈ, ਕੁਛ ਕਹਿ ਰਹੇ ਠੀਕ ਹੈ ਸਰ, ਬਿਲਕੁਲ ਜੀ। ਫਿਰ ਦੇਖੋ ਤੇ ਆਪਾਂ ਇੱਥੇ ਫਿਨਿਸ਼ ਕਰੀਏ। ਹਾਂਜੀ ਫਿਨਿਸ਼ ਕਰੋ। ਪਰਮੇਸ਼ਰ ਪਿਤਾ ਦਾ ਸ਼ੁਕਰ ਕਰਦੇ ਹਾਂ ਅੱਜ ਦੇ ਵਚਨ ਦੇ ਲਈ ਜੋ ਅਸੀਂ ਸਿੱਖਿਆ ਸਮਝਿਆ। ਪਰਮੇਸ਼ਰ ਪਿਤਾ ਔਰ ਆਪ ਦਾ ਪਵਿੱਤਰ ਆਤਮਾ ਸਾਨੂੰ ਸਭ ਨੂੰ ਗਾਈਡ ਕਰੇ ਔਰ ਅਸੀਂ ਆਪ ਦੇ ਵਚਨ ਦੇ ਵਿੱਚ ਕੁਝ ਵੀ ਵਧਾਈਏ ਘਟਾਈਏ ਨਾ। ਪਰਮੇਸ਼ਰ ਪਿਤਾ ਔਰ ਆਪ ਦਾ ਵਚਨ ਸਦਾ ਦੇ ਲਈ ਹੈ। ਜੋ ਲਿਖਿਆ ਗਿਆ, ਜਿਸ ਸਮੇਂ ਲਿਖਿਆ ਗਿਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਤੇ ਆਉਣ ਵਾਲੇ ਸਮੇਂ ਲਈ ਵੀ ਹੈ। ਪਰਮੇਸ਼ਰ ਪਿਤਾ ਆਪ ਦਾ ਵਚਨ ਖੜਾ ਔਰ ਪਰਮੇਸ਼ਰ ਪਿਤਾ ਜਦੋਂ ਜਿੱਥੇ ਵੀ ਆਪ ਦੇ ਵਚਨ ਦਾ ਖੁਸ਼ਖਬਰੀ ਦੇ ਸਮਾਚਾਰ ਦਾ ਪ੍ਰਚਾਰ ਹੁੰਦਾ ਹੈ ਪਰਮੇਸ਼ਰ ਪਿਤਾ, ਉੱਥੇ ਪਰਮੇਸ਼ਰ ਪਿਤਾ ਵਿਸ਼ਵਾਸ ਦੇ ਨਾਲ ਉੱਥੇ ਚਿੰਨ੍ਹ ਚਮਤਕਾਰ ਵੀ ਹੋਣ ਪਰਮੇਸ਼ਰ ਪਿਤਾ, ਤਾਂ ਕਿ ਲੋਕੀ ਬਚਾਏ ਜਾਣ, ਕਿਉਂਕਿ ਅਸੀਂ ਜੀਂਦੇ ਜਾਗਦੇ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ। ਪਰਮੇਸ਼ਰ ਪਿਤਾ ਜੋ ਦੇਖਦਾ ਹੈ, ਜੋ ਸੁਣਦਾ ਹੈ, ਜੋ ਆਵਾਜ਼ ਦਿੰਦਾ ਹੈ ਔਰ ਜਿਸ ਦੇ ਨਾਮ ਦੇ ਵਿੱਚ ਸ਼ਕਤੀ ਹੈ, ਜਿਸ ਦੇ ਨਾਮ ਦੇ ਵਿੱਚ ਬਿਮਾਰ ਚੰਗੇ ਹੁੰਦੇ ਹਨ, ਜਿਸ ਦੇ ਨਾਮ ਦੇ ਵਿੱਚ ਮੁਰਦੇ ਜਿੰਦੇ ਹੁੰਦੇ ਹਨ। ਪਰਮੇਸ਼ਰ ਪਿਤਾ ਉਹ ਪਰਮੇਸ਼ਰ ਪਿਤਾ ਸ਼ਕਤੀ ਆਪ ਦਾ ਨਾਮ ਅੱਜ ਵੀ ਕੰਮ ਕਰਦਾ ਹੈ। ਪਰਮੇਸ਼ਰ ਪਿਤਾ ਅੱਜ ਦਾ ਚਰਚ ਫਿਰ ਤੋਂ ਪਰਮੇਸ਼ਰ ਪਿਤਾ ਜਿਸ ਤਰ੍ਹਾਂ ਚੇਲਿਆਂ ਦੇ ਕਰਤੱਵ ਵਾਲਾ ਚਰਚ ਫੁੱਲ ਗੋਸਪਲ ਪੂਰੇ ਪਰਮੇਸ਼ਰ ਪਿਤਾ ਇੱਕ ਇੱਕ ਵਚਨ ਦੇ ਉੱਪਰ ਅਸੀਂ ਖੜੇ ਹੋ ਕੇ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਉਸ ਪਰਮੇਸ਼ਰ ਪਿਤਾ ਵਚਨ ਦੇ ਮੁਤਾਬਕ ਅਸੀਂ ਕੰਮ ਕਰੀਏ ਇੱਕ ਇੱਕ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਪਿਤਾ ਇੱਕ ਇੱਕ ਮਸੀਹ, ਤਾਂ ਕਿ ਪਰਮੇਸ਼ਰ ਪਿਤਾ ਦੁਨੀਆ ਬਚਾਈ ਜਾਵੇ, ਦੁਨੀਆ ਸਮਝ ਲਏ, ਲੋਕੀ ਸਮਝ ਲੈਣ ਜੋ ਹਾਲੇ ਅੰਧੇਰੇ ਵਿੱਚ ਹਨ ਕਿ ਅਸੀਂ ਵੱਖਰੇ ਹਾਂ, ਅਸੀਂ ਜੀਂਦੇ ਜਾਗਦੇ ਪਰਮੇਸ਼ਰ ਦੀ ਬੰਦਗੀ ਕਰਦੇ ਹਾਂ। ਪਰਮੇਸ਼ਰ ਪਿਤਾ ਆਪ ਨੇ ਸਭ ਕੁਝ ਬਣਾਇਆ। ਪਰਮੇਸ਼ਰ ਪਿਤਾ ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਆਪ ਦਾ ਨਾਮ ਉੱਚਾ ਹੋਵੇ ਉਹਨਾਂ ਕੌਮਾਂ ਦੇ ਵਿੱਚ, ਉਹਨਾਂ ਲੋਕਾਂ ਦੇ ਵਿੱਚ ਜਿੱਥੇ ਆਪ ਨੂੰ ਨਹੀਂ ਜਾਣਦੇ। ਪਰਮੇਸ਼ਰ ਪਿਤਾ ਉੱਥੇ ਹੋਰ ਕਾਮੇ ਭੇਜੋ ਪਰਮੇਸ਼ਰ ਪਿਤਾ, ਤਾਂ ਕਿ ਆਪ ਦਾ ਨਾਮ ਉੱਥੇ ਤੱਕ ਪਹੁੰਚੇ ਔਰ ਆਪ ਦਾ ਵਚਨ ਦੇ ਨਾਲ ਉੱਥੇ ਚਿੰਨ੍ਹ ਚਮਤਕਾਰ ਵੀ ਹੋਣ, ਤਾਂ ਕਿ ਉਹ ਰੂਹਾਂ ਆਜ਼ਾਦ ਹੋਣ, ਬੰਧਨ ਟੁੱਟਣ ਪਰਮੇਸ਼ਰ ਪਿਤਾ, ਉਹ ਰਿਹਾਈ ਪਾਉਣ ਪਰਮੇਸ਼ਰ ਪਿਤਾ, ਉਹ ਲੋਕ ਜੋ ਹਾਲੇ ਵੀ ਬੰਧਨਾਂ ਵਿੱਚ ਹਨ ਉਹ ਰਿਹਾਈ ਪਾਉਣ ਪਰਮੇਸ਼ਰ ਪਿਤਾ। ਬਰਕਤ ਦਿਓ ਇੱਕ ਇੱਕ ਮਸੀਹੀ ਭੈਣ ਭਰਾ ਨੂੰ, ਸੁਣਨ ਵਾਲਿਆਂ ਨੂੰ ਪਰਮੇਸ਼ਰ ਪਿਤਾ, ਔਰ ਖੜਾ ਕਰੋ ਅਸੀਂ ਦਲੇਰੀ ਦੇ ਨਾਲ ਔਰ ਪਰਮੇਸ਼ਰ ਪਿਤਾ ਔਰ ਆਪ ਦੀ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਵਿੱਚ ਚੱਲ ਕੇ ਪਰਮੇਸ਼ਰ ਪਿਤਾ ਆਪ ਦੇ ਨਾਮ ਨੂੰ ਪਹੁੰਚਾਈਏ ਔਰ ਪਰਮੇਸ਼ਰ ਪਿਤਾ, ਤਾਂ ਕਿ ਆਪ ਦਾ ਨਾਮ ਉੱਚਾ ਹੋਵੇ ਔਰ ਆਪ ਦੀ ਬਰਕਤ ਇੱਕ ਇੱਕ ਦੀ ਜ਼ਿੰਦਗੀ ਦੇ ਵਿੱਚ ਆ ਜਾਏ ਪਰਮੇਸ਼ਰ ਪਿਤਾ। ਜੋ ਆਪ ਨੇ ਵਾਅਦਾ ਇਬਰਾਹਿਮ ਨੂੰ ਕੀਤਾ ਸੀਗਾ ਪਰਮੇਸ਼ਰ ਪਿਤਾ ਕਿ ਤੇਰੇ ਦੁਆਰਾ, ਤੇਰੇ ਬੀਜ ਦੇ ਵਿੱਚੋਂ, ਯਿਸੂ ਮਸੀਹ ਦੇ ਵਿੱਚੋਂ ਸਾਰੀ ਦੁਨੀਆ ਦੇ ਲੋਕ ਬਰਕਤ ਪਾਉਣਗੇ, ਹਰ ਦੇਸ਼, ਹਰ ਕੌਮ ਦੇ ਵਿੱਚ, ਹਰ ਭਾਸ਼ਾ ਦੇ ਵਿੱਚ ਪਰਮੇਸ਼ਰ ਪਿਤਾ, ਉੱਥੇ ਉੱਥੇ ਆਪ ਦਾ ਨਾਮ ਪਹੁੰਚੇ ਜਿੱਥੇ ਜਿੱਥੇ ਹਾਲੇ ਨਹੀਂ ਪਹੁੰਚਿਆ। ਪਰਮੇਸ਼ਰ ਪਿਤਾ ਬਰਕਤ ਦਿਓ ਔਰ ਇਹ ਸਭ ਕੁਝ ਮੰਗਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।